ਆਪਣੀ ਫਸਲ ਬੀਜਣ ਤੋਂ ਪਹਿਲਾਂ ਤੁਹਾਡੇ ਕੋਲੇ ਚੰਗਾ ਬੀਜ ਹੋਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਬੀਜ ਨਹੀਂ ਖਰੀਦਿਆ ਤੇ ਨੇੜੇ ਆ ਕੇ ਅਸੀਂ ਬੀਜ ਲੈਣ ਤੁਰ ਪਏ ਤਾਂ ਫਿਰ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਚੰਗਾ ਬੀਜ ਨਹੀਂ ਮਿਲਣਾ, ਬਚਿਆ ਖੁਚਿਆ ਮਿਲੂਗਾ। ਤੇ ਦੂਸਰੀ ਗੱਲ ਇਹ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਬੀਜ ਚੰਗਾ ਵੀ ਹੋਵੇ, ਪਰ ਕਹਿੰਦੇ ਆ ਵੀ ਜੇਕਰ ਤੁਹਾਡੇ ਕੋਲੇ ਬੀਜ ਵਧੀਆ ਆ ਗਿਆ, ਚੰਗੀ ਕਿਸਮ ਆ ਗਈ, ਉਹ ਚੰਗੀ ਸਿਹਤ ਵਾਲਾ ਆ ਗਿਆ ਤੇ ਜਿੰਨਾ ਤੁਹਾਨੂੰ ਚਾਹੀਦਾ ਉਨਾ ਆ ਗਿਆ, ਤਾਂ ਫਿਰ ਸਮਝੋ ਤੁਸੀਂ ਅੱਧੀ ਜੰਗ ਤੇ ਉੱਥੇ ਹੀ ਜਿੱਤ ਲੈਂਦੇ ਹੋ। ਬੀਜ ਉਹ ਲਵੋ ਜਿਹੜਾ ਬੀਜ ਸਿਫਾਰਿਸ਼ ਕੀਤਾ ਗਿਆ ਹੋਇਆ, ਇਹਦੇ ਬਾਰੇ ਆਪਾਂ ਗੱਲ ਬਾਅਦ 'ਚ ਵੀ ਕਰਾਂਗੇ। ਸੋ ਆਪਣੇ ਇਲਾਕੇ ਲਈ ਜਿਹੜੀਆਂ ਫਸਲਾਂ ਦੀ ਸਿਫਾਰਿਸ਼ ਹੈ ਉਹ ਬੀਜ ਲਵੋ। ਕਿਸਾਨ ਭੈਣੋ ਤੇ ਕਿਸਾਨ ਭਰਾਓ, ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਜਦੋਂ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਤੇ ਅਸੀਂ ਅਕਸਰ ਸਾਡੇ ਬਜ਼ੁਰਗਾਂ ਤੋਂ ਵੱਡਿਆਂ ਤੋਂ ਸੁਣਿਆ ਹੋਣਾ ਬਈ ਉਹ ਭਾਈ ਅਗਲੀ ਫਸਲ ਵਾਸਤੇ ਬੀਜ ਤਿਆਰ ਰੱਖ ਲਓ, ਸਾਂਭ ਲਓ, ਚੰਗਾ ਬੀਜ ਰੱਖ ਲਓ। ਭਾਵ ਇਹ ਹੈ ਕਿ ਖੇਤੀ ਦੇ ਵਿੱਚ ਜਿੱਥੇ ਮਿੱਟੀ, ਪਾਣੀ, ਖਾਦ, ਮਿਹਨਤ ਦਾ ਮੁੱਲ ਹੈ, ਉੱਥੇ ਜਿਹੜਾ ਬੀਜ ਹੈ ਸਾਡਾ, ਉਹਦੀ ਬਹੁਤ ਵੱਡੀ ਮਹੱਤਤਾ ਹੈ ਖੇਤੀ ਦੇ ਵਿੱਚ, ਜਿਹਦੇ ਬਾਰੇ ਅਸੀਂ ਦੇਖਿਆ ਹੈ ਕਿ ਸਾਡੇ ਕਿਸਾਨ ਬਹੁਤਾ ਧਿਆਨ ਨਹੀਂ ਦੇ ਪਾਉਂਦੇ। ਉਹਦੇ ਕਾਰਨ ਕਈ ਨੇ, ਪਰ ਕਹਿੰਦੇ ਆ ਵੀ ਜੇਕਰ ਤੁਹਾਡੇ ਕੋਲੇ ਬੀਜ ਵਧੀਆ ਆ ਗਿਆ, ਚੰਗੀ ਕਿਸਮ ਆ ਗਈ, ਉਹ ਚੰਗੀ ਸਿਹਤ ਵਾਲਾ ਆ ਗਿਆ ਤੇ ਜਿੰਨਾ ਤੁਹਾਨੂੰ ਚਾਹੀਦਾ ਉਨਾ ਆ ਗਿਆ, ਤਾਂ ਫਿਰ ਸਮਝੋ ਤੁਸੀਂ ਅੱਧੀ ਜੰਗ ਤੇ ਉੱਥੇ ਹੀ ਜਿੱਤ ਲੈਂਦੇ ਹੋ। ਕਿਉਂਕਿ ਮਾੜਾ ਬੀਜ ਹੈ ਜਿਹੜਾ, ਉਹਦਾ ਪਤਾ ਨਹੀਂ ਕਿੰਨਾ ਉੱਗੇਗਾ, ਕਿੰਨਾ ਝਾੜ ਦੇਗਾ, ਉਹਦੀ ਕੁਆਲਿਟੀ ਬਣੇਗੀ ਕਿ ਨਹੀਂ। ਆਪਾਂ ਕੁਆਲਿਟੀ 'ਤੇ ਖਿਆਲ ਨਹੀਂ ਰੱਖਦੇ। ਉਹਦਾ ਕਾਰਨ ਹੈ ਕਿ ਆਪਾਂ ਨੂੰ ਬਹੁਤਾ ਜ਼ਿਆਦਾ ਸਾਇੰਸ ਬਾਰੇ ਪਤਾ ਨਹੀਂ, ਪਰ ਜਿਹੜੇ ਵਿਗਿਆਨੀ ਨੇ ਜਦੋਂ ਵੱਡੀਆਂ ਵੱਡੀਆਂ ਕੰਪਨੀਆਂ ਕਣਕ, ਝੋਨਾ, ਛੋਲੇ, ਜਵਾਰ, ਮੱਕੀ ਖਰੀਦਦੇ ਆ, ਤਾਂ ਉਹ ਕੰਪਨੀਆਂ ਵੇਖਦੀਆਂ ਨੇ ਕਿ ਉਸ ਦਾਣੇ ਦੇ ਵਿੱਚ ਕਿੰਨੀ ਪ੍ਰੋਟੀਨ ਹੈ, ਕਿੰਨਾ ਉਹਦੇ ਵਿੱਚ ਜ਼ਿੰਕ ਹੈ, ਕਿੰਨਾ ਉਹਦੇ ਵਿੱਚ ਕੈਲਸ਼ੀਅਮ ਹੈ, ਕਿੰਨੀ ਉਹਦੇ ਵਿੱਚ ਫੈਟ ਹੈ, ਮਤਲਬ ਬਹੁਤ ਚੀਜ਼ਾਂ ਵੇਖਦੇ ਆ। ਸੋ ਬੀਜ ਦੀ ਮਹੱਤਤਾ ਇੰਨੀ ਹੈ ਕਿ ਤੁਸੀਂ ਆਪਣੀ ਫਸਲ ਬੀਜਣ ਤੋਂ ਪਹਿਲਾਂ ਤੁਹਾਡੇ ਕੋਲੇ ਚੰਗਾ ਬੀਜ ਹੋਣਾ ਚਾਹੀਦਾ, ਕਿਉਂਕਿ ਜੇਕਰ ਅਸੀਂ ਬੀਜ ਨਹੀਂ ਖਰੀਦਿਆ ਤੇ ਨੇੜੇ ਆ ਕੇ ਅਸੀਂ ਬੀਜ ਲੈਣ ਤੁਰ ਪਏ ਤਾਂ ਫਿਰ ਇਹ ਪੱਕੀ ਗੱਲ ਹੈ ਕਿ ਤੁਹਾਨੂੰ ਚੰਗਾ ਬੀਜ ਨਹੀਂ ਮਿਲਣਾ, ਬਚਿਆ ਖੁਚਿਆ ਮਿਲੂਗਾ। ਤੇ ਦੂਸਰੀ ਗੱਲ ਇਹ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਉਹ ਬੀਜ ਚੰਗਾ ਵੀ ਹੋਵੇ। ਸੋ ਬੀਜ ਲੈਣ ਵੇਲੇ ਜ਼ਰੂਰੀ ਹੈ ਕਿ ਇੱਕ ਤਾਂ ਉਸ ਵਿਅਕਤੀ ਕੋਲੋਂ ਬੀਜ ਲਓ ਜਿਹੜਾ ਤੁਹਾਨੂੰ ਜਾਣਦਾ, ਤੁਹਾਨੂੰ ਪਤਾ ਹੈ ਕਿ ਉਹ ਤੁਹਾਡੇ ਨਾਲ ਧੋਖਾ ਨਹੀਂ ਕਰ ਸਕਦਾ। ਦੂਸਰੀ ਗੱਲ ਕਿ ਬੀਜ ਉਹ ਲਵੋ ਜਿਹੜਾ ਬੀਜ ਸਿਫਾਰਿਸ਼ ਕੀਤਾ ਗਿਆ ਹੋਇਆ, ਇਹਦੇ ਬਾਰੇ ਆਪਾਂ ਗੱਲ ਬਾਅਦ 'ਚ ਵੀ ਕਰਾਂਗੇ। ਸੋ ਆਪਣੇ ਇਲਾਕੇ ਲਈ ਜਿਹੜੀਆਂ ਫਸਲਾਂ ਦੀ ਸਿਫਾਰਿਸ਼ ਹੈ ਉਹ ਬੀਜ ਲਵੋ। ਤੀਸਰੀ ਗੱਲ, ਤੁਸੀਂ ਦੁਕਾਨ ਤੋਂ ਬੀਜ ਲੈ ਕੇ ਆਉਂਦੇ ਹੋ, ਕਿਸੇ ਫਰਮ ਤੋਂ ਬੀਜ ਲੈ ਕੇ ਆਉਂਦੇ ਹੋ, ਤਾਂ ਆਪਾਂ ਕਈ ਵਾਰੀ ਭਾਈਬੰਦੀ 'ਚ ਪੈਸੇ ਫੜਾ ਆਉਂਦੇ ਆ, ਬੀਜ ਲੈ ਆਉਂਦੇ ਆ, ਪਰ ਜਦੋਂ ਬੀਜ ਮੁੜ ਕੇ ਮਾੜਾ ਮਿਲਦਾ ਤੇ ਫਿਰ ਸਾਡੀ ਕੋਈ ਬਾਂਹ ਨਹੀਂ ਫੜਦਾ। ਸੋ ਇਸ ਲਈ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਫਰਮ ਤੋਂ, ਕਿਸੇ ਦੁਕਾਨ ਤੋਂ, ਕਿਸੇ ਕੰਪਨੀ ਤੋਂ ਬੀਜ ਲੈਂਦੇ ਹੋ, ਤਾਂ ਉਸ ਕੰਪਨੀ ਫਰਮ ਦਾ ਇੱਕ ਪੱਕਾ ਬਿੱਲ, ਕੱਚਾ ਬਿੱਲ ਨਹੀਂ, ਅਸੀਂ ਦੇਖਿਆ ਕਿ ਕਿਸਾਨਾਂ ਨੂੰ ਕੱਚੇ ਬਿੱਲ ਦੇ ਦਿੱਤੇ ਜਾਂਦੇ ਆ, ਕਾਗਜ਼ ਦੇ ਉੱਤੇ ਲਿਖ ਕੇ ਆ ਲਓ ਜੀ, ਉੱਤੇ ਦਸਤਖਤ ਕਰਤੇ, ਪਰ ਜਦੋਂ ਬੀਜ ਮਾੜਾ ਨਿਕਲਦਾ, ਉੱਗਦਾ ਨਹੀਂ, ਝਾੜ ਮਾੜਾ ਹੁੰਦਾ, ਫਲ ਹੀ ਨਹੀਂ ਪੈਂਦਾ। ਤੁਸੀਂ ਦੇਖਿਆ ਹੋਣਾ ਕਿ ਬਹੁਤ ਵਾਰੀ ਸਾਡੇ ਕੋਲੇ ਇਹੋ ਜਿਹੀਆਂ ਸ਼ਿਕਾਇਤਾਂ ਆਉਂਦੀਆਂ ਨੇ ਕਿ ਮਟਰ ਲਾਏ ਆ, ਫਲੀ ਨਹੀਂ ਪਈ ਜੀ, ਕਣਕ ਬੀਜੀ ਸੀ, ਉਹਦਾ ਦਾਣਾ ਮਾਜੂ ਬਣ ਗਿਆ, ਉਹਨੂੰ ਬਿਮਾਰੀ ਲੱਗ ਗਈ। ਸੋ ਇਹੋ ਜਿਹੀਆਂ ਗੱਲਾਂ ਆਉਂਦੀਆਂ। ਸੋ ਇਹਦੇ ਲਈ ਜ਼ਰੂਰੀ ਹੈ ਕਿ ਬੀਜ ਚੰਗੀ ਫਰਮ ਤੋਂ, ਚੰਗੇ ਕਿਸਾਨ ਤੋਂ, ਜਾਣੂ ਕਿਸਾਨ ਤੋਂ ਲਵੋ। ਤੇ ਜੇਕਰ ਤੁਸੀਂ ਆਪਣਾ ਬੀਜ ਰੱਖਣਾ ਹੈ ਤਾਂ ਉਹਦੀ ਤੁਹਾਨੂੰ ਜਾਂਚ ਸਿੱਖ ਲੈਣੀ ਚਾਹੀਦੀ ਹੈ। ਜਾਂਚ ਹੈ ਕਿ ਬੀਜ
ਕਿਵੇਂ ਬਣਾਉਣਾ ਹੈ, ਉਹਦੀ ਗ੍ਰੇਡਿੰਗ ਕਿਵੇਂ ਕਰਨੀ ਹੈ, ਉਹਨੂੰ ਸੰਭਾਲ ਕੇ ਕਿਵੇਂ ਰੱਖਣਾ ਹੈ ਤਾਂ ਕਿ ਅਗਲੀ ਫਸਲ ਤੱਕ ਉਹ ਬੀਜ ਖਰਾਬ ਨਾ ਹੋਵੇ, ਉਹਨੂੰ ਕੀੜਾ ਮਕੌੜਾ ਨਾ ਲੱਗੇ ਤੇ ਉਹਦੀ ਜਿਹੜੀ ਉੱਗਣ ਸ਼ਕਤੀ ਹੈ ਉਹ ਬਣੀ ਰਵੇ। ਉੱਗਣ ਸ਼ਕਤੀ ਬਾਰੇ ਅਸੀਂ ਤੁਹਾਨੂੰ ਦੱਸ ਚੁੱਕੇ ਹੋਏ ਹਾਂ ਪਹਿਲਾਂ, ਤੁਸੀਂ ਸਾਡੇ ਪ੍ਰੋਗਰਾਮਾਂ 'ਚ ਵੇਖਦੇ ਹੋ ਕਿ ਕਿਵੇਂ ਉਹਨੂੰ ਆਪਾਂ ਜਿਹੜਾ ਟੈਸਟ ਕਰਨਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਬੀਜ ਜਿਹੜਾ ਉਸ ਦੀ ਸਮੇਂ ਸਿਰ ਤੁਹਾਡੇ ਕੋਲੇ ਲੋੜ ਅਨੁਸਾਰ ਜਿੰਨੀ ਤੁਹਾਨੂੰ ਕੁਆਂਟੀਟੀ ਚਾਹੀਦੀ ਹੈ ਉਹ ਤੁਹਾਡੇ ਕੋਲੇ ਹੋਣਾ ਚਾਹੀਦਾ ਤਾਂ ਕਿ ਬੀਜਣ ਵੇਲੇ ਤੁਹਾਨੂੰ ਬੀ ਵਾਲਿਆਂ ਮਗਰ ਨਾ ਭੱਜਣਾ ਪਵੇ। ਕਿਉਂਕਿ ਜਿਵੇਂ ਝੋਨੇ ਦਾ ਬੀਜ ਹੈ, ਇਹਨੂੰ ਤੁਸੀਂ ਪਹਿਲਾਂ ਭਿਉਂ ਕੇ ਰੱਖਣਾ ਹੁੰਦਾ। ਕਣਕ ਦਾ ਬੀਜ ਹੈ ਜਾਂ ਛੋਲਿਆਂ ਦਾ ਬੀਜ ਹੈ, ਉਹਦੀ ਤੁਸੀਂ ਉੱਗਣ ਸ਼ਕਤੀ ਵੇਖਣੀ ਹੁੰਦੀ ਹੈ। ਸੋ ਸਮੇਂ ਸਿਰ ਘਰ ਦੇ ਵਿੱਚ ਬੀ ਪਿਆ ਹੋਏਗਾ ਤੇ ਤੁਹਾਨੂੰ ਤਸੱਲੀ ਹੋਏਗੀ। ਇਸ ਦੇ ਨਾਲ ਤੁਹਾਨੂੰ ਇੱਕ ਹੋਰ ਵੀ ਅਸੀਂ ਗੱਲ ਇਹ ਦੱਸਣੀ ਚਾਹੁੰਦੇ ਹਾਂ ਕਿ ਕਈ ਵਾਰ ਇਹ ਵੇਖਿਆ ਕਿਸਾਨ ਕੀ ਕਰਦੇ ਆ, ਖਾਸ ਤੌਰ ਤੇ ਜਿਹੜੇ ਸਾਡੇ ਛੋਟੇ ਕਿਸਾਨ ਨੇ, ਉਹ ਆਪਣਾ ਬੀ ਰੱਖ ਲੈਂਦੇ ਆ। ਆਪਣਾ ਬੀ ਬਣਾਉਣਾ ਵੀ ਚਾਹੀਦਾ, ਉਹਦੇ ਵਿੱਚ ਫਾਇਦਾ ਵੀ ਹੈ, ਪਰ ਉਹਦਾ ਢੰਗ ਸਿੱਖ ਲੈਣਾ ਚਾਹੀਦਾ। ਪਰ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਉਹ ਗੱਲ ਇਹ ਆ ਕਿ ਅਸੀਂ ਆਪਣਾ ਬੀਜ ਰੱਖ ਲਿਆ, ਫਿਰ ਅਗਲੇ ਸਾਲ ਰੱਖ ਲਿਆ, ਫਿਰ ਅਗਲੇ ਸਾਲ ਰੱਖ ਲਿਆ। ਅਸੀਂ ਇੱਕੋ ਬੀਜ ਨੂੰ ਵਰਤਦੇ ਰਹਿੰਦੇ ਹਾਂ ਤੇ ਨਵਾਂ ਬੀਜ ਅਸੀਂ ਸ਼ਾਮਲ ਨਹੀਂ ਕਰਦੇ ਜਾਂ ਅਸੀਂ ਕੋਸ਼ਿਸ਼ ਨਹੀਂ ਕਰਦੇ। ਅਸੀਂ ਕਹਿੰਦੇ ਠੀਕ ਹੈ, ਨਾਲ ਦੇ ਦਾ ਜਿਹੜਾ ਉਹ ਝੋਨਾ ਵਧੀਆ ਹੋਇਆ ਜਾਂ ਕਣਕ ਵਧੀਆ ਹੋਈ ਆ ਉਹਦੇ ਕੋਲੋਂ ਲੈ ਲਿਆ ਬੀ ਤੇ ਉਹੀ ਜਿਹੜਾ ਅਸੀਂ ਵਰਤ ਲੈਂਦੇ ਹਾਂ। ਸੋ ਬੀਜ ਨੂੰ ਸਮੇਂ ਸਿਰ ਲੈ ਲੈਣਾ, ਸੰਭਾਲ ਕੇ ਰੱਖਣਾ ਤੇ ਅਗਲੀ ਵਾਰ ਵਾਸਤੇ ਉਹਦੀ ਸਹੀ ਢੰਗ ਨਾਲ ਵਰਤੋਂ ਕਰਨੀ, ਇਹ ਬਹੁਤ ਜ਼ਰੂਰੀ ਹੈ ਜਿਵੇਂ ਤੁਹਾਨੂੰ ਦੱਸਿਆ। ਸੋ ਬੀਜ ਚੰਗਾ ਲੈਣ ਦਾ ਮਤਲਬ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਕਿ ਅੱਧੀ ਜੰਗ ਜਿੱਤਣ ਦੇ ਬਰਾਬਰ ਹੈ। ਸੋ ਬੀਜ ਲੈਣ ਵੇਲੇ ਇਹਨਾਂ ਗੱਲਾਂ ਦਾ ਧਿਆਨ ਰੱਖੋ। ਹੁਣ ਦਿਓ ਇਜਾਜ਼ਤ। P5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।